जाने हे गीत है, लोग जाने हे गीत है। ये तो ब्रह्म विचार, ये तो ब्रह्म विचार, लोग जाने हे गीत है, लोग जाने हे गीत है, लोग जाने हे गीत है। गुरु जी का खालसा वाहिगुरु जी की फतेह। अंग है 477। ਹੁਣ तक 5 शब्द आसा राग विच कबीर साहब ਦੇ ਸੰਪੂਰਨ ਹੋਏ ਨੇ। आसा फील रबाबी बलद पखावज कौआ ताल बजावै, पैर चोलना गधा नाचै पैसा भगत करावै। आसा फील रवाबी बलद पखावज कौआ ताल बजावै, पहर चोलना गधा नाचै पैसा भगत करावै। आसा फील रबाबी बलद पखावज कौआ ताल बजावै, पहर चोलना गधा नाचै पैसा भगत करावै। क्योंकि ਜਿਹੜਾ उपरला शब्द पढ़ आए हैं, कबीर साहब कहते कि कहो कबीर इਉਂ ਰਾਮੈ ਜੰਪੋਂ ਮੇਟ जन्म मरना। ਜਿਹੜੇ ਪ੍ਰਮਾਤਮਾ ਨੂੰ ਇਸ ਤਰ੍ਹਾਂ ਸਿਮਰਦੇ ਨੇ, ਧਿਆਉਂਦੇ ਨੇ, ਯਾਦ ਕਰਦੇ ਨੇ, ਉਹਨਾਂ ਅੰਦਰ ਤਬਦੀਲੀਆਂ ਆਉਂਦੀਆਂ ਨੇ, ਉਹਨਾਂ ਦੇ ਜੀਵਨ ਵਿੱਚ ਬਦਲਾਅ ਆਉਂਦਾ ਹੈ, ਸੁਭਾਅ ਵਿੱਚ ਬਦਲਾਅ ਆਉਂਦਾ ਹੈ, ਰਹਿਣ ਸਹਿਣ ਵਿੱਚ ਬਦਲਾਅ ਆਉਂਦਾ ਹੈ, ਜੀਵਨ ਪਲਟਾ ਖਾਂਦਾ ਹੈ। ਇੱਥੇ ਹੁਣ ਸਾਡੇ ਅੰਦਰਲੀਆਂ ਬਿਰਤੀਆਂ ਦੀ ਗੱਲ ਕਰਦੇ ਨੇ ਮਹਾਰਾਜ। ਭਾਵੇਂ ਉਹ ਜਾਨਵਰਾਂ ਦੇ ਨਾਂ ਲੈ ਕੇ ਗੱਲ ਕਰਦੇ ਨੇ, ਆਮ ਆਪਾਂ ਆਪਣੀ ਭਾਸ਼ਾ ਵਿੱਚ ਕਹਿ ਦਿੰਦੇ ਹਾਂ ਜੀ ਤਾਂ ਕੁੱਤੇ ਵਾਂਗੂ ਭੌਂਕਦਾ, ਇਹ ਬਾਂਦਰ ਵਾਂਗੂ ਟੱਪਦਾ, ਕਾਂ ਵਾਂਗੂ ਕਾਂ ਕਾਂ ਕਰੀ ਜਾਂਦਾ। ਉਹਦਾ ਮਤਲਬ ਕੀ ਹੁੰਦਾ ਹੈ? ਉਹਦਾ ਮਤਲਬ ਇਸ ਤਰ੍ਹਾਂ ਹੀ ਹੁੰਦਾ ਕਿ ਸੱਪ ਵਾਂਗੂ ਵਿਉ ਘੋਲਦਾ। ਭਾਵ ਉਹਦੇ ਅੰਦਰ ਜੋ ਬਿਰਤੀਆਂ ਨੇ, ਉਸ ਬਿਰਤੀਆਂ ਨੂੰ ਅਸੀਂ ਅਡਾਪਟ ਕਰਕੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਉਹਨਾਂ ਤ੍ਰਿਗਤ ਜੂਨਾਂ ਵਿੱਚੋਂ ਇਹ ਜੀਵ ਲੰਘ ਕੇ ਆਇਆ ਹੁੰਦਾ ਹੈ ਤੇ ਉਹ ਆਪਣੇ ਸੁਭਾਅ ਨਾਲ ਲੈ ਆਉਂਦਾ ਹੈ। ਉਹ ਸੁਭਾਅ ਦਾ ਨਾਲ ਤੁਰਿਆ ਹੁੰਦਾ ਇਸੇ ਕਰਕੇ, ਕਿਉਂਕਿ ਜਿਨ੍ਹਾਂ ਜੂਨਾਂ 'ਚ ਲੰਘਿਆ ਹੈ ਉਹਨਾਂ ਜੂਨਾਂ ਨੂੰ ਉਹਨਾਂ ਨੂੰ ਉਹ ਭੁਗਤਦਾ ਹੋਇਆ ਉਹ ਸੁਭਾਅ ਉਹਦੇ ਅੰਦਰ ਕਿਤੇ ਨਾ ਕਿਤੇ ਪਿਆ ਹੁੰਦਾ ਹੈ। ਉਹ ਆਦਤਾਂ ਉਹਦੀਆਂ ਕਿਤੇ ਨਾ ਕਿਤੇ ਪਈਆਂ ਹੁੰਦੀਆਂ ਨੇ। ਪਰ ਜਦੋਂ ਉਹ ਗੁਰੂ ਨਾਲ ਜੁੜਿਆ, ਜਦੋਂ ਬਾਣੀ ਨਾਲ ਜੁੜਿਆ, ਜਦੋਂ ਸੱਚ ਦਾ ਸਾਹਮਣਾ ਕੀਤਾ, ਕਹਿੰਦੇ ਸਾਰਾ ਕੁਝ ਹੀ ਪਲਟ ਗਿਆ ਉਹਦਾ। ਹੁਣ ਪਹਿਲੀ ਗੱਲ ਕਰਦੇ ਨੇ ਫੀਲ ਰਬਾਬੀ। ਫੀਲ ਕਹਿੰਦੇ ਨੇ ਹਾਥੀ ਨੂੰ, ਕਹਿੰਦੇ ਹਾਥੀ ਰਬਾਬੀ ਹੋ ਗਿਆ। ਭਾਵ ਹਾਥੀ ਦਾ ਸੁਭਾਅ ਕਾਮੀ ਹੈ। ਇਹ ਮਨੁੱਖ ਪਹਿਲਾਂ ਕਾਮੀ ਸੀ, ਕਹਿੰਦੇ ਹੁਣ ਜੁੜ ਗਿਆ ਉਸ ਮਾਲਕ ਨਾਲ। ਰਬਾਬੀ ਕਹਿੰਦੇ ਆ ਕਿ ਉਸ ਪਰਮਾਤਮਾ ਨਾਲ ਇੱਕ ਰਸ ਹੋ ਗਿਆ, ਜੁੜ ਗਿਆ। ਬਲਦ ਪਖਾਵਜ, ਬਲਦ ਦਾ ਸੁਭਾਅ ਸੁਸਤੀ, ਬਲਦ ਆਲਸ ਰੱਖਦਾ ਹੈ ਤੇ ਕਹਿੰਦੇ ਆਲਸੀ ਸੁਭਾਅ ਬਦਲ ਕੇ ਜੋੜੀ ਵਜਾਉਣ ਵਾਲਾ ਹੋ ਗਿਆ। ਕਿਉਂਕਿ ਜਿਹੜਾ ਜੋੜੀ ਵਜਾਉਣ ਵਾਲਾ ਵੇਖਿਓ ਤੁਸੀਂ, ਉਹ ਬੜਾ ਤੇਜ਼ ਤਰਾਰ ਹੁੰਦਾ ਹੈ। ਹੁਣ ਮਨ ਇਕਾਗਰਤਾ ਨਾਲ ਜੁੜਿਆ ਉਧਰ ਨੂੰ। ਕਊਆ ਤਾਲ ਵਜਾਵੈ, ਕਾਂ ਦੀ ਬਿਰਤੀ ਖੋਹ ਕੇ ਖਾਣ ਦੀ, ਗੰਦ ਖਾਣ ਦੀ। ਕਹਿੰਦੇ ਹੁਣ ਵੇਖੋ ਕਾਂ ਕਾਂ ਕਰਨ ਦੀ, ਫਾਲਤੂ ਬੋਲਣ ਦੀ, ਕਹਿੰਦੇ ਉਹ ਛੱਡ ਕੇ ਆਪਣੀ ਬਿਰਤੀ ਨੂੰ ਤਾਲ ਵਿੱਚ ਆ ਗਿਆ, ਇੱਕ ਮਰਿਆਦਾ ਵਿੱਚ ਚੱਲਣ ਲੱਗ ਪਿਆ। ਇਹ ਮਨ ਦੀਆਂ ਬਿਰਤੀਆਂ ਚੇਂਜ ਹੋ ਗਈਆਂ ਸਾਰੀਆਂ। ਉਹ ਕਾਂ ਦੀ ਬਿਰਤੀ ਵਾਲਾ ਮਨ ਕਹਿੰਦੇ ਹੁਣ ਤਾਲ ਵਿੱਚ ਆ ਗਿਆ। ਤਾਲ ਵਿੱਚ ਆਉਣਾ ਹੁੰਦਾ ਹੈ, ਮਰਿਆਦਾ ਵਿੱਚ ਹੋ ਗਿਆ। ਪਹਿਰ ਚੋਲਣਾ ਗਧਾ ਨਾਚੈ, ਪੈਸਾ ਭਗਤ ਕਰਾਵੈ। ਇਹ ਖੋਤੇ ਦੀ ਬਿਰਤੀ ਵਾਲਾ ਮਨ ਜਿਹੜਾ ਸੀ ਨਾ ਪਹਿਲਾਂ, ਕਹਿੰਦੇ ਵੇਖ ਹੁਣ ਚੋਲਾ ਪਾ ਕੇ ਨੱਚਦਾ ਪਿਆ।
ਨਾਚਰੇ ਮਨ ਗੁਰ ਕੈ ਆਗੈ। ਹੁਣ ਗੁਰੂ ਦੇ ਦੱਸੇ ਮਾਰਗ ਉੱਤੇ ਪਿਆ ਨੱਚਦਾ। ਹੁਣ ਪਹਿਲਾਂ ਲਿਟਦਾ ਸੀ, ਕਿਉਂਕਿ ਖੋਤੇ ਦਾ ਸੁਭਾਅ ਰੇਤੇ 'ਚ ਲਿਟਣਾ ਹੈ, ਸਵਾਹ ਵਿੱਚ ਲਿਟਣਾ ਹੈ। ਕਹਿੰਦੇ ਪਹਿਲਾਂ ਤੇ ਗੰਦ ਮੰਦ 'ਚ ਲਿਟਦਾ ਪਿਆ ਜਿੱਥੇ ਜੀ ਕਰਦਾ। ਕਹਿੰਦੇ ਹੁਣ ਨੱਚਣ ਤੇ ਲਿਟਣ ਵਿੱਚ ਬਹੁਤ ਫਰਕ ਹੈ। ਕਹਿੰਦੇ ਪਹਿਰ ਚੋਲਣਾ ਗਧਾ ਨਾਚੈ, ਭੈਸਾ ਭਗਤ ਕਰਾਵੈ। ਤੇ ਭੈਸਾ ਹੰਕਾਰੀ ਝੋਟਾ ਜਿਹੜਾ ਆਪਾਂ ਕਹਿੰਦੇ ਆ ਕਿ ਝੋਟਾ ਕਦੇ ਵੈਰ ਨਹੀਂ ਛੱਡਦਾ। ਕਹਿੰਦੇ ਇਹਨੇ ਸਭ ਕੁਝ ਛੱਡ ਦਿੱਤਾ, ਆਪਣਾ ਅੰਦਰਲਾ ਸੁਭਾਅ ਤਿਆਗ ਕੇ ਹੁਣ ਭਗਤੀ ਕਰਨ ਲੱਗ ਪਿਆ। ਰਾਜਾ ਰਾਮ ਕਕਰਿਆ ਬਰੇ ਪਕਾਏ, ਕਿਨੈ ਬੂਝਣ ਹਾਰੈ ਖਾਏ। ਰਹਾਉ ਰਾਜਾ ਰਾਮ ਕਕਰੀ ਆਂਬਰੇ ਪਕਾਏ। ਜਿਹੜਾ ਐੜੇ ਨੂੰ ਕੰਨਾ ਇਹ ਦੋਵੇਂ ਪਾਸੇ ਲੱਗਦਾ ਹੈ। ਇੱਥੇ ਮਾਰੇ ਕਹਿੰਦੇ ਰਾਜਾ ਰਾਮ ਕਕਰੀਆਂ ਆਂਬਰੇ ਪਕਾਏ, ਤਾਂ ਮਰ ਗਏ ਨੇ ਕਕਰੀਆਂ ਬਰੇ ਪਕਾਏ। ਕਿਨੈ ਬੂਝਣ ਹਾਰੈ ਖਾਏ। ਰਹਾਉ ਦੀ ਇਸ ਪੰਕਤੀ ਵਿੱਚ ਮਾਰੇ ਨੇ ਕਲੀਅਰ ਕੀਤੀ ਗੱਲ ਕਿ ਜਿਸ ਤਰ੍ਹਾਂ ਅੱਕ ਦੀਆਂ ਕੱਕੜੀਆਂ ਨੇ ਜਿਹੜੀਆਂ ਵੇਖਣ ਨੂੰ ਤੇ ਅੰਬ ਵਰਗੀਆਂ ਲੱਗਦੀਆਂ, ਪਰ ਅੰਦਰ ਉਹਦੇ ਥੋਥ ਭਰਿਆ ਹੁੰਦਾ ਕੁਝ ਵੀ ਨਹੀਂ। ਕਹਿੰਦੇ ਹੁਣ ਕੀ ਹੋਇਆ, ਉਸ ਪਰਮਾਤਮਾ ਨੇ ਬੜੀ ਕਿਰਪਾ ਕੀਤੀ। ਇਹ ਮਨ ਪਹਿਲਾਂ ਪਖੰਡੀ ਸੀ, ਵੇਖਣ ਨੂੰ ਬਾਹਰੋਂ ਅੰਬ ਵਰਗਾ ਲੱਗਦਾ ਸੀ ਪਰ ਹੈ ਕੱਕੜੀ ਸੀ। ਕਹਿੰਦੇ ਉਸ ਪਰਮਾਤਮਾ ਨੇ ਬੜੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਰਾਜਾ ਰਾਮ ਕਕਰੀ ਆਂਬਰੇ ਪਕਾਏ। ਕਹਿੰਦੇ ਅੰਬ ਪੱਕ ਗਏ, ਅੰਬ ਵਰਗਾ ਹੋ ਗਿਆ, ਮਿਠਾਸ ਨਾਲ ਭਰ ਗਿਆ। ਪਹਿਲਾਂ ਤੇ ਉਹ ਰੂੰ ਜੀ ਭਰੀ ਹੁੰਦੀ ਹੈ, ਵੇਖਦੇ ਆਪਾਂ ਜਿਹਨੂੰ ਆਪਾਂ ਬੁੱਢੀ ਮਾਈ ਕਹਿੰਦੇ ਆ, ਝਾਟਾ ਉਹ ਉੱਡਦਾ। ਕਹਿੰਦੇ ਹੁਣ ਉਲਟ ਹੋ ਗਿਆ ਕੰਮ ਸਾਰਾ ਕੁਝ ਹੀ, ਉਹ ਸਾਰਾ ਕੁਝ ਹੀ ਉਲਟ ਹੋ ਗਿਆ। ਅੰਦਰਲਾ ਪਖੰਡ ਛੱਡ ਕੇ ਹੁਣ ਨਾਮ ਦੇ ਰਸ ਨਾਲ ਭਰ ਗਿਆ। ਹੁਣ ਸਹੀ ਮਾਇਨੇ 'ਚ ਅੰਬ ਲੱਗਣ ਲੱਗ ਪਿਆ, ਸਹੀ ਮਾਇਨੇ ਵਿੱਚ ਅੰਬ ਬਣ ਗਿਆ। ਕਿਨੈ ਬੂਝਣ ਹਾਰੈ ਖਾਏ। ਇਹ ਨਾਮ ਤੇ ਰਸ ਨਾਲ ਭਰੇ ਹੋਏ ਅੰਬ ਕਹਿੰਦੇ ਕਿਸੇ ਨੇ ਬੁੱਝਣ ਵਾਲੇ ਨੇ, ਸੂਝਵਾਨ ਜਿਹਨੇ ਇਹ ਗੱਲ ਨੂੰ ਬੁੱਝ ਲਿਆ, ਸਮਝ ਲਿਆ, ਜਾਣ ਲਿਆ ਕਿ ਮਨ ਬਦਲ ਗਿਆ, ਮਨ ਸੱਚ ਨੂੰ ਅਡਾਪਟ ਕਰ ਗਿਆ, ਮਨ ਨੇ ਪਖੰਡ ਛੱਡ ਦਿੱਤਾ, ਬਾਹਰਲਾ ਵਿਖਾਵਾ ਤਿਆਗ ਕਰ ਦਿੱਤਾ। ਤੇ ਉਦੋਂ ਫਿਰ ਉਹਨੇ ਇਹ ਨਾਮ ਰਸ ਨੂੰ ਪ੍ਰਾਪਤ ਕੀਤਾ। ਉਹਨੇ ਇਹ ਨਾਮ ਦੇ ਰਸ ਨਾਲ ਭਰੇ ਹੋਏ ਇਹ ਅੰਬ ਖਾਧੇ। ਕਹਿੰਦੇ ਇਹ ਗੱਲ ਉਹੀ ਜਾਣਦੇ ਨੇ ਜਿਨ੍ਹਾਂ ਨੂੰ ਅੰਦਰ ਤਬਦੀਲੀ ਆਈ ਹੈ, ਜਿਨ੍ਹਾਂ ਦੇ ਅੰਦਰ ਬਦਲਾਅ ਆਇਆ ਹੈ ਪਰਮਾਤਮਾ ਦਾ ਨਾਮ ਜਪਣ ਨਾਲ। ਹਾਂਜੀ। ਬੈਠ ਸਿੰਘ ਘਰ ਪਾਨ ਲਗਾਵੈ, ਬੈਠ ਸਿੰਘ ਘਰ ਪਾਨ ਲਗਾਵੈ। ਕੀਸ ਗਲੌਰੇ ਲਿਆਵੈ, ਗਲੌਰੇ ਲਿਆਵੈ। ਘਰ ਘਰ ਮੁਸਰੀ ਮੰਗਲ ਗਾਵੈ, ਘਰ ਘਰ ਮੁਸਰੀ ਮੰਗਲ ਗਾਵੈ। ਕਸੂਆ ਸ਼ੰਖ ਬਜਾਵੈ, ਬੈਠ ਸਿੰਘ ਘਰ ਪਾਨ ਲਗਾਵੈ। ਕੀਸ ਗਲੌਰੇ ਲਿਆਵੈ। ਅਖਰੀ ਅਰਥ ਕਰੀਏ ਕਿ ਸ਼ੇਰ ਬੈਠਾ ਪਾਨ ਪਿਆ ਲਗਾਉਂਦਾ ਹੈ ਤੇ ਕੀਸ ਚਕੁੰਦਰ ਨੂੰ ਕਹਿੰਦੇ ਨੇ ਕਿ ਉਹ ਗਲੌਰੇ ਬਾਹਰੋਂ ਲਿਆ ਕੇ ਇਕੱਠੇ ਕਰਦੀ। ਕਹਿੰਦੇ ਹੁਣ ਉਲਟ ਹੋ ਗਿਆ ਕੰਮ, ਪਹਿਲਾਂ ਤਾਂ ਖੋਹਦੀ ਸੀ, ਹੁਣ ਸਿੰਘ ਬਿਰਤੀ, ਸ਼ੇਰ ਦੀ ਬਿਰਤੀ ਹੰਕਾਰੀ ਬਿਰਤੀ ਹੈ, ਹਿੰਸਾ ਵਾਲੀ ਬਿਰਤੀ, ਮਾਰ ਦੇਣ ਵਾਲੀ ਬਿਰਤੀ ਸ਼ੇਰ ਦੀ। ਕਹਿੰਦੇ ਇਹ ਖਤਮ ਹੋ ਗਈ। ਉਹ ਹੁਣ ਸ਼ੁਭ ਗੁਣਾਂ ਦੇ ਵਾਸਤੇ ਮਿਠਾਸ ਭਰੀ ਬੈਠਾ ਹੈ। ਤੇ ਕੀ ਹੋਇਆ, ਘੀਸ ਗਲੌਰੇ ਲਿਆਵੈ। ਹੁਣ ਕੀ ਕਰਦਾ ਕਿ ਇਹ ਅੰਦਰਲਾ ਮਨ ਜਿਹੜਾ ਹੈ, ਉਹਦੀਆਂ ਬਿਰਤੀਆਂ ਨੇ ਜਿਹੜੀਆਂ ਪਹਿਲਾਂ ਦੂਜੇ ਪਾਸੇ ਨੂੰ ਜਾਂਦੀਆਂ ਸਨ, ਕਹਿੰਦੇ ਹੁਣ ਅੰਦਰ ਨੂੰ ਹੋ ਗਈਆਂ, ਅੰਦਰ ਨੂੰ ਆਉਂਦੀਆਂ ਨੇ। ਘੀਸ ਗਲੌਰੇ ਲਿਆਵੈ, ਆਪਣੇ ਵੱਲ ਨੂੰ ਲੈ ਕੇ ਆਉਂਦੀਆਂ ਨੇ ਸ਼ੁਭ ਗੁਣਾਂ। ਪਹਿਲਾਂ ਦੂਜਿਆਂ ਲਈ ਤੁਕਬੰਦ ਕਰਦੀਆਂ ਸਨ, ਪਹਿਲਾਂ ਦੂਜਿਆਂ ਦਾ ਨੁਕਸਾਨ ਕਰਦੀਆਂ ਸਨ। ਅੰਦਰਲੀਆਂ ਆਸ਼ਾਵਾਂ ਤੇ ਤ੍ਰਿਸ਼ਨਾਵਾਂ, ਇਹਨਾਂ ਨੂੰ ਗਲੌਰੀਆਂ ਕਹਿੰਦੇ ਨੇ ਮਹਾਰਾਜ। ਘਰ ਘਰ ਮੁਸਰੀ ਮੰਗਲ ਗਾਵੈ, ਕਛੂਆ ਸ਼ੰਖ ਵਜਾਵੈ। ਘਰ ਘਰ ਤੋਂ ਭਾਵ ਸਾਡੇ ਜਿਹੜੇ ਇੰਦਰੇ ਨੇਗੇ, ਉਹਨਾਂ ਦੇ ਵਿੱਚ ਨਿੰਦਿਆ, ਈਰਖਾ, ਚੁਗਲੀ ਕਰਦੀਆਂ ਸਨ, ਟੁੱਕਦੀਆਂ ਸਨ ਹਰ ਚੀਜ਼, ਜਿਵੇਂ ਚੂਹੀ ਟੁੱਕ ਦਿੰਦੀ ਹੈ ਹਰ ਚੀਜ਼ ਨੂੰ।
ਕਹਿੰਦੇ ਹੁਣ ਇਹ ਮੰਗਲ ਗਾਉਂਦੀਆਂ ਨੇ, ਇਹ ਸਾਡੇ ਗਿਆਨ ਇੰਦਰੀਆਂ ਉਸ ਪ੍ਰਮਾਤਮਾ ਦੇ ਗੀਤ ਗਾਉਣ ਲੱਗ ਪਈਆਂ। ਉਲਟ ਹੋ ਗਿਆ ਕੰਮ ਸਾਰਾ ਹੀ। ਕਛੂਆ ਸ਼ੰਖ ਵਜਾਵੇ, ਇਹ ਮਨ ਜਿਹੜਾ ਕੱਛੂ ਵਾਂਗੂ ਪਹਿਲਾਂ ਸੰਗਤ ਵਿੱਚ ਆਉਣ ਤੋਂ ਸੰਗਦਾ ਸੀ। ਆਪਾਂ ਵੇਖਦੇ ਜਦੋਂ ਕੱਛੂ ਦੇ ਕੋਲੇ ਜਾਈਏ ਤੇ ਆਪਣੀ ਸਿਰੀ ਤੇ ਪੈਰ ਅੰਦਰ ਕਰ ਲੈਂਦਾ, ਸੰਗਦਾ। ਕਹਿੰਦੇ ਹੁਣ ਉਪਦੇਸ਼ ਦੇਣ ਲੱਗ ਪਿਆ, ਸ਼ੰਖ ਵਜਾਉਣਾ ਹੁੰਦਾ, ਉੱਚੀ ਉੱਚੀ ਬੋਲਣ ਲੱਗ ਪਿਆ। ਪਹਿਲਾਂ ਸੰਗਤ ਵਿੱਚ ਆਉਣ ਤੋਂ ਡਰਦਾ ਸੀ, ਆਪਣੇ ਆਪ ਨੂੰ ਇਕੱਠਾ ਕਰ ਲੈਂਦਾ ਸੀ, ਤੇ ਹੁਣ ਇਹ ਮਨ ਕਹਿੰਦੇ ਸ਼ੰਖ ਵਜਾਉਂਦਾ ਹੈ, ਭਾਵ ਹੁਣ ਸੰਗਤ ਵਿੱਚ ਆ ਕੇ ਉਪਦੇਸ਼ ਕਰਨ ਲੱਗ ਪਿਆ। ਹਾਂਜੀ। ਬੰਸ ਕੋ ਪੂਤ ਵਿਆਹਨ ਚੱਲਿਆ, ਹੰਸ ਕੋ ਭੂਤ ਵਿਆਹਨ ਚੱਲਿਆ, ਸੋਇਨੇ ਮੰਡਪ ਸਾਏ, ਉਹਨੇ ਮੰਡਪ ਛਾਏ, ਰੂਪ ਕੰਨਿਆ ਸੁੰਦਰ ਬੇਦੀ, ਕੰਨਿਆ ਸੁੰਦਰ ਬੇਦੀ, ਸੱਸੈ ਸਿੰਘ ਗੁਣ ਗਾਏ, ਸੱਸੈ ਸਿੰਘ ਗੁਣ ਗਾਏ। ਬੰਸ ਕੋ ਪੂਤ ਵਿਆਹਨ ਚੱਲਿਆ, ਸੋਨੇ ਮੰਡਪ ਛਾਏ। ਇਹ ਮਾਇਆ ਦਾ ਪੁੱਤਰ ਕਹਿੰਦੇ ਨੇ ਇਹਨੂੰ, ਮਨ ਨੂੰ, ਜਿਹੜਾ ਕਿ ਮਾਇਆ ਨੂੰ ਬੰਸ ਕਹਿੰਦੇ ਨੇ, ਭਾਵ ਬਾਂਝ ਇਸਤਰੀ। ਮਾਇਆ ਜਨਮ ਨਹੀਂ ਦਿੰਦੀ, ਪ੍ਰਸੂਤ ਹੁੰਦੀ। ਉਹ ਆਪਣੀ ਬਿਰਤੀ ਅਨੁਸਾਰ ਇਹ ਸੰਸਾਰ ਨੂੰ ਜਨਮ ਦਿੰਦੀ ਹੈ, ਪਰ ਪ੍ਰਸੂਤ ਜਨਮ ਨਹੀਂ ਦਿੰਦੀ। ਕਹਿੰਦੇ ਇਹ ਮਨ ਇਸ ਤਰ੍ਹਾਂ ਹੀ ਉਪਜਿਆ ਸੀ। ਕਹਿੰਦੇ ਵੇਖੋ ਹੁਣ ਵਿਆਹੁਣ ਚੱਲਿਆ। ਕਿਸ ਨੂੰ ਵਿਆਹੁਣ ਚੱਲਿਆ ਜੀ? ਚੰਗੀ ਬਿਰਤੀ ਨੂੰ, ਅੱਛੀ ਬਿਰਤੀ ਨੂੰ, ਉਹਨੂੰ ਵਿਆਹੁਣ ਚੱਲਿਆ। ਬੰਸ ਕੋ ਪੂਤ ਵਿਆਹੁਣ ਚੱਲਿਆ, ਸੋਨੇ ਮੰਡਪ ਛਾਏ। ਕਹਿੰਦੇ ਸਾਰੇ ਪਾਸੇ ਖੁਸ਼ੀ ਦਾ ਮਾਹੌਲ ਹੋ ਗਿਆ। ਸੋਨੇ ਤੋਂ ਭਾਵ ਹੁੰਦਾ ਕਿ ਸੋਹਣਾ ਮਾਹੌਲ ਬਣ ਗਿਆ ਚਾਰੇ ਪਾਸੇ। ਰੂਪ ਕੰਨਿਆ ਸੁੰਦਰ ਬੇਦੀ, ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜੀ ਹੋਈ ਬਿਰਤੀ ਉਹਨੂੰ ਵੇਲਿਆ, ਉਸ ਨਾਲ ਜਾ ਜੁੜਿਆ। ਸੱਸੈ ਸਿੰਘ ਗੁਣ ਗਾਏ। ਇਹ ਮਨ ਜਿਹੜਾ ਖਰਗੋਸ਼ ਦੀ ਤਰ੍ਹਾਂ ਲੁਕਦਾ ਪਿਆ ਸੀ ਨਾ, ਕਹਿੰਦੇ ਹੁਣ ਉਹ ਸੱਸਾ ਕਹਿੰਦੇ, ਸਹਾ ਖਰਗੋਸ਼ ਨੂੰ ਕਹਿੰਦੇ ਆਪਾਂ, ਕਹਿੰਦੇ ਹੁਣ ਉਸ ਪ੍ਰਮਾਤਮਾ ਦੇ ਗੁਣ ਗਾਉਂਦਾ ਪਿਆ ਵੇ। ਜਦੋਂ ਇਸ ਚੰਗੀ ਬਿਰਤੀ ਨਾਲ ਜੁੜਿਆ, ਉਸ ਪ੍ਰਮਾਤਮਾ ਦੇ ਨਾਮ ਨਾਲ, ਰਸ ਨਾਲ ਭਿੱਜੀ ਹੋਈ ਬਿਰਤੀ ਨਾਲ ਜੁੜਿਆ, ਇਹ ਮਨ ਕਹਿੰਦੇ ਹੁਣ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਦਾ ਹੈ। ਹੁਣ ਸਹੇ ਵਾਂਗੂ ਲੁਕ ਕੇ ਨਹੀਂ ਬੈਠਦਾ। ਕਹਿਤ ਕਬੀਰ ਸੁਨੋ ਰੇ ਸੰਤੋ, ਕਹਿਤ ਕਬੀਰ ਸੁਨੋ ਰੇ ਸੰਤੋ, ਕੀਟੀ ਪਰਬਤ ਖਾਇਆ, ਕੀਟੀ ਪਰਬਤ ਖਾਇਆ, ਪਸ਼ੂਆ ਕਹੈ ਅੰਗਾਰ ਪੇਲੋਰੋਂ, ਆ ਕਹਿ ਅੰਗਾਰ ਪੀਲੋਰੋਂ, ਲੂਕੀ ਸ਼ਬਦ ਸੁਣਾਇਆ, ਲੋਕੀ ਸ਼ਬਦ ਸੁਨਾਇਆ। ਕਹਿਤ ਕਬੀਰ ਸੁਨੋ ਰੇ ਸੰਤੋ, ਕੀਟੀ ਪਰਬਤ ਖਾਇਆ। ਕਬੀਰ ਸਾਹਿਬ ਕਹਿੰਦੇ ਜਿਹੜਾ ਕਿ ਇਹ ਬਹੁਤ ਵੱਡਾ ਔਖਾ ਲੱਗਦਾ ਸੀ ਕੰਮ, ਇਸ ਬਿਰਤੀ ਨੇ ਜਿਹੜੀ ਦੇਖਣ ਨੂੰ ਨਿਮਰਤਾ ਕੀੜੀ ਵਾਂਗੂ ਲੱਗਦੀ ਹੈ, ਕਹਿੰਦੇ ਇਹ ਸਾਰਾ ਪਰਬਤ ਖਾ ਗਈ, ਭਾਵ ਸਾਰਾ ਔਖਾ ਕੰਮ ਇਹਨੇ ਖਤਮ ਕਰ ਦਿੱਤਾ, ਜਿਹੜਾ ਕਿ ਸਾਨੂੰ ਬੜਾ ਔਖਾ ਲੱਗਦਾ ਸੀ। ਕਛੂਆ ਕਹੈ ਅੰਗਾਰ ਪੀਲੋਰੋਂ। ਹੁਣ ਗੱਲ ਇਹ ਹੈ ਕਿ ਕੱਛੂ ਪਾਣੀ ਵਿੱਚ ਰਹਿੰਦਾ ਹੈ, ਕਹਿੰਦੇ ਕਦੇ ਕਦੇ ਉਹ ਬਾਹਰ ਵੀ ਆਉਂਦਾ, ਵੇਖਦੇ ਆ ਕਿ ਆਪਾਂ ਰੇਤੇ ਤੇ ਵੀ ਆਉਂਦਾ ਹੈ। ਇਹ ਮਨ ਜਿਹੜਾ ਪਹਿਲਾਂ ਲੁਕਿਆ ਹੋਇਆ ਸੀ, ਹੁਣ ਅੰਗਾਰ ਪੀਲੋਰੋਂ ਤੋਂ ਭਾਵ ਹੁਣ ਨਿੱਘ ਵਿੱਚ ਆਉਂਦਾ ਹੈ। ਉਹ ਸੰਗਤ ਵਿੱਚ ਆਉਣਾ ਲੋਚਦਾ ਹੈ। ਹੁਣ ਉਹ ਸੰਗਤ ਵਿੱਚ ਆਉਣਾ ਲੋਚਦਾ ਹੈ, ਉਹਨਾਂ ਸ਼ੁਭ ਗੁਣਾਂ ਨਾਲ ਮਿਲ ਕੇ ਆਪਣੇ ਜੀਵਨ ਨੂੰ ਪ੍ਰਫੁੱਲਤ ਕਰਨਾ ਚਾਹੁੰਦਾ ਹੈ। ਲੂਕੀ ਸ਼ਬਦ ਸੁਨਾਇਆ। ਇਹ ਲੂਕੀ ਸ਼ਬਦ ਤੋਂ ਭਾਵ ਇੱਕ ਲੁਕਿਆ ਹੋਇਆ ਗੁਹਜ ਵਾਲਾ ਸ਼ਬਦ ਕਬੀਰ ਸਾਹਿਬ ਨੇ ਸਾਨੂੰ ਸੁਣਾਇਆ ਕਿ ਜਦੋਂ ਮਨ ਦੀਆਂ ਬਿਰਤੀਆਂ ਚੇਂਜ ਹੁੰਦੀਆਂ ਨੇ, ਜਦੋਂ ਮਨ ਪਰਮਾਤਮਾ ਨਾਲ ਜੁੜਦਾ ਹੈ, ਉਦੋਂ ਇਹ ਸਾਰੇ ਔਗੁਣਾਂ ਨੂੰ ਤਿਆਗ ਕੇ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਸੰਗਤ ਵਿੱਚ ਆਉਂਦਾ ਹੈ। ਸੰਗਤ ਵਿੱਚ ਆ ਕੇ ਉਹ ਗੁਣਾਂ ਨਾਲ ਭਰਪੂਰ ਹੋ ਕੇ ਉਸ ਪਰਮਾਤਮਾ ਦੇ ਸ਼ਬਦ ਨੂੰ ਬਿਆਨ ਕਰਦਾ ਹੈ, ਤੇ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਕੇ, ਉਸ ਸ਼ਬਦ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸਫਲ ਕਰਦਾ ਹੈ। ਇਹ ਭਾਵੇਂ ਉਹਨਾਂ ਜਾਨਵਰਾਂ ਦੀਆਂ ਬਿਰਤੀਆਂ ਨੂੰ ਲੈ ਕੇ ਕਬੀਰ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ ਹੈ, ਪਰ ਇਹ ਸਾਰੀਆਂ ਸਾਡੇ ਮਨ ਦੀਆਂ ਬਿਰਤੀਆਂ ਨੇ। ਵੇਖੋ, ਆਪਾਂ ਧਿਆਨ ਨਾਲ ਵੇਖੀਏ, ਇਹ ਮਨ ਦੀਆਂ ਬਿਰਤੀਆਂ ਸਾਰੀਆਂ ਬੜੇ ਗੂਝ ਢੰਗ ਨਾਲ, ਬੜੇ ਗੁੱਝੇ ਢੰਗ ਨਾਲ ਇਹ ਕਬੀਰ ਸਾਹਿਬ ਨੇ ਸ਼ਬਦ ਸਾਡੇ ਸਾਹਮਣੇ ਰੱਖਿਆ।
ਤੇ ਜਦੋਂ ਅਸੀਂ ਨਾਮ ਨਾਲ ਜੁੜਾਂਗੇ, ਬਾਣੀ ਨੂੰ ਪੜ੍ਹਾਂਗੇ, ਵਿਚਾਰ ਕਰਾਂਗੇ, ਤਾਂ ਹੌਲੀ ਹੌਲੀ ਇਹਦਾ ਅਨੁਭਵ ਸਾਨੂੰ ਆਪਣੇ ਆਪ ਆਉਣਾ ਸ਼ੁਰੂ ਹੋਏਗਾ। ਸਾਡੇ ਅੰਦਰ ਦੀ ਜਿਹੜੀ ਤਬਦੀਲੀ, ਸਾਡੇ ਸੁਭਾਅ ਦੀ, ਬੋਲ ਚਾਲ ਦੀ, ਰਹਿਣ ਸਹਿਣ ਦੀ, ਉਹ ਤਬਦੀਲੀ ਸਾਨੂੰ ਆਪਣੇ ਆਪ ਹੀ ਮਹਿਸੂਸ ਹੋਣ ਲੱਗ ਜਾਏਗੀ। ਤਾਂ ਉਦੋਂ ਇਹ ਸ਼ਬਦ ਸਾਡੇ 'ਤੇ ਢੁਕਦਾ ਨਜ਼ਰ ਆਏਗਾ। ਉਦੋਂ ਸਾਨੂੰ ਲੱਗੇਗਾ ਕਿ ਵਾਕਈ ਕਬੀਰ ਸਾਹਿਬ ਨੇ ਜੋ ਗੱਲਾਂ ਕਹੀਆਂ ਨੇ ਨਾ, ਉਹ ਸਾਡੇ ਨਾਲ ਵਾਪਰ ਰਹੀਆਂ। ਉਦੋਂ ਇਹ ਸ਼ਬਦ, ਇਸ ਗੁਰੂ ਦਾ ਸ਼ਬਦ ਜਿਹੜਾ ਹੈ, ਗੁਰੂ ਦੀ ਵਿਚਾਰਧਾਰਾ ਜਿਹੜੀ, ਸਾਨੂੰ ਸਮਝ ਆ ਜਾਏਗੀ। ਹਾਂਜੀ। ਆਸਾ ਆਸਾ ਬਟੁਆ 172 ਆਧਾਰੀ, ਬਟੁਆ 172 ਏਕੋ ਜਿਸੈ ਦੁਆਰਾ, ਏਕੋ ਜਿਸੈ ਦੁਆਰਾ, ਨਵੈ ਖੰਡ ਕੀ ਪ੍ਰਿਥਵੀ ਮੰਗੈ, ਸੋ ਜੋਗੀ ਜਗ ਸਾਰਾ। ਆਸਾ ਬਟੁਆ 172 ਆਧਾਰੀ, ਏਕੋ ਜਿਸੈ ਦੁਆਰਾ, ਨਵੇਂ ਖੰਡ ਕੀ ਪ੍ਰਿਥਵੀ ਮੰਗੈ, ਸੋ ਜੋਗੀ ਜਗ ਸਾਰਾ। ਬਟੂਆ, ਕਿਉਂਕਿ ਜੋਗੀਆਂ ਕੋਲ ਇੱਕ ਥੈਲਾ ਹੁੰਦਾ ਹੈ, ਉਹਦੇ ਵਿੱਚੋਂ ਸਵਾਹ ਰੱਖਦੇ ਨੇ, ਉਹਨਾਂ ਦੀ ਗੋਦੜੀ ਹੁੰਦੀ, ਹੋਰ ਸਮਾਨ ਹੁੰਦਾ ਹੈ। ਬਟੂਆ 172 ਆਧਾਰੀ, ਇਹ ਸਰੀਰ ਬਟੂਆ ਹੈ ਸਾਡਾ। ਉਦਾਹਰਨ ਦਿੰਦੇ ਨੇ ਜਿਹਦੀਆਂ ਆਧਾਰ ਕਿਹਦਾ ਹੈ? 72 ਵੱਡੀਆਂ ਨਾੜੀਆਂ ਇਹਦੇ ਵਿੱਚ ਸਾਡੇ ਸਰੀਰ 'ਚ ਨੇ। ਏਕੋ ਜਿਸੈ ਦੁਆਰਾ, ਇਹਦਾ ਮੂੰਹ ਇੱਕ ਥਾਂ ਹੀ ਖੁੱਲ੍ਹਦਾ ਹੈ, ਉਹ ਹੈ ਸਾਡਾ ਬ੍ਰੇਨ, ਸਾਡਾ ਦਿਮਾਗ, ਜਿਹਨੂੰ 10ਵਾਂ ਦੁਆਰ ਕਹਿੰਦੇ ਆ, ਨਿੱਜ ਕਰ ਕਹਿੰਦੇ ਆ। ਨਵੇਂ ਖੰਡ ਕੀ ਪ੍ਰਿਥਵੀ ਮੰਗੈ, ਸੋ ਜੋਗੀ ਜਗ ਸਾਰਾ, ਕਹਿੰਦੇ 9 ਖੰਡ ਸਾਰੀ ਪ੍ਰਿਥਵੀ ਉਹ ਮੰਗਦਾ ਹੈ। ਉਹ ਜੋਗੀ ਸ੍ਰੇਸ਼ਟ ਹੈ ਸੰਸਾਰ ਉੱਤੇ, ਜਿਹੜਾ ਉਸ ਪਰਮਾਤਮਾ ਦੇ ਨਾਮ ਨੂੰ ਹੀ ਮੰਗਦਾ ਹੈ, ਹੋਰ ਕੁਝ ਨਹੀਂ ਮੰਗਦਾ। ਉਹ ਥਾਂ ਥਾਂ ਤੇ ਭਿੱਖਿਆ ਨਹੀਂ ਮੰਗਦਾ। ਇੱਥੇ 9 ਖੰਡ ਦੀ ਪ੍ਰਿਥਵੀ ਭਾਵ ਸਾਰੀ ਸ੍ਰਿਸ਼ਟੀ ਦਾ ਰਾਜ ਉਸ ਮਾਲਕ ਦੇ ਦਰ ਤੋਂ ਉਹ ਮੰਗਦਾ ਹੈ। ਹਾਂਜੀ। ਐਸਾ ਜੋਗੀ ਨੌ ਨਿਧ ਪਾਵੈ, ਐਸਾ ਜੋਗੀ ਨੌ ਨਿਧ ਪਾਵੈ, ਤਲਕਾ ਬ੍ਰਹਮ ਲੈ ਗਗਨ ਚਰਾਵੈ, ਰਹਾਉ। ਕਿਉਂਕਿ ਰਹਾਉ ਦੀ ਪੰਗਤੀ ਵਿੱਚ ਕਬੀਰ ਸਾਹਿਬ ਨੇ ਇਸ ਗੱਲ ਨੂੰ ਕਲੀਅਰ ਕੀਤਾ ਕਿ ਮੈਂ ਕਿਹੜੇ ਜੋਗੀ ਦੀ ਗੱਲ ਕਰ ਰਿਹਾ। ਐਸਾ ਜੋਗੀ ਨੌ ਨਿਧ ਪਾਵੈ, ਕਹਿੰਦੇ ਇਹ ਜਿਹਾ ਜੋਗੀ 9 ਨਿਧੀਆਂ 18 ਸਿੱਧੀਆਂ ਭਾਵ ਦੁਨੀਆ ਦੇ ਸਾਰੇ ਖਜ਼ਾਨੇ ਹੀ ਪ੍ਰਾਪਤ ਕਰ ਲੈਂਦਾ ਹੈ। ਤਾਲਕਾ ਬ੍ਰਹਮ ਲੈ ਗਗਨ ਚੜਾਵੈ, ਜਿਹੜਾ ਆਪਣੀਆਂ ਨੀਵੀਆਂ ਬਿਰਤੀਆਂ ਨੂੰ, ਭੈੜੀਆਂ ਬਿਰਤੀਆਂ ਨੂੰ ਉੱਪਰ ਲੈ ਜਾਂਦਾ ਹੈ, ਭਾਵ ਉੱਚੀ ਅਵਸਥਾ ਵਿੱਚ ਚੱਲਦਾ ਹੈ। ਜਿਹਨੂੰ ਜੀਵਨ ਦੀ ਜਾਂਚ ਆ ਜਾਏ, ਜਿਹੜਾ ਆਪਣੇ ਇਖਲਾਕ ਤੋਂ ਥੱਲੇ ਨਹੀਂ ਗਿਰਦਾ, ਜੋ ਨੀਵੀਂ ਬਿਰਤੀ ਨੂੰ ਉੱਚਾ ਕਰਕੇ ਰੱਖਦਾ ਹੈ, ਉਹ ਜੋਗੀ ਮਾਰੇ ਕਹਿੰਦੇ ਸਾਰੀਆਂ ਦੁਨੀਆ ਦੇ ਸਾਰੇ ਖਜ਼ਾਨੇ ਹੀ ਪ੍ਰਾਪਤ ਕਰ ਸਕਦਾ ਹੈ। ਗੱਲ ਤੇ ਬਿਰਤੀ ਦੀ ਹੈ। ਅਸੀਂ ਬਿਰਤੀ ਕਰਕੇ ਮਨੁੱਖ ਥੱਲੇ ਗਿਰਦਾ ਹੈ ਤੇ ਬਿਰਤੀ ਕਰਕੇ ਉੱਚਾ ਹੁੰਦਾ ਹੈ, ਬਿਰਤੀ ਕਰਕੇ ਚੰਗਾ ਜਾਣਿਆ ਜਾਂਦਾ ਹੈ, ਬਿਰਤੀ ਕਰਕੇ ਜਿਹੋ ਜਿਹੀ ਦ੍ਰਿਸ਼ਟੀ ਹੈ ਅੰਦਰ, ਮਾਰੇ ਕਹਿੰਦੇ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਕੱਲੇ ਮੂੰਹ ਨਾਲ ਗੱਲਾਂ ਕਰਨ ਨਾਲ ਨਹੀਂ ਗੱਲ ਬਣੇਗੀ। ਜੋ ਸਾਡੇ ਅੰਦਰ ਹੈ, ਜੋ ਸਾਡੀ ਬਿਰਤੀ ਹੈ ਅੰਦਰ, ਜੋ ਬਿਰਤੀ ਸਾਡੀ ਦ੍ਰਿਸ਼ਟੀ ਹੈ, ਸੰਸਾਰ ਨੂੰ ਕਿਹੜੀ ਦ੍ਰਿਸ਼ਟੀ ਨਾਲ ਵੇਖ ਰਹੇ ਹਾਂ ਅਸੀਂ, ਜੋ ਸਾਡੇ ਅੰਦਰ ਬਿਰਤੀ। ਇਸ ਕਰਕੇ ਮਾਲਕ ਨੇ ਜਿਨ੍ਹਾਂ ਦੇ ਨੀਵੀਆਂ ਬਿਰਤੀਆਂ ਨੂੰ, ਭੈੜੀਆਂ ਬਿਰਤੀਆਂ ਨੂੰ ਉੱਚਾ ਚੁੱਕਦੇ ਨੇ, ਆਪਣੇ ਜੀਵਨ ਨੂੰ ਉੱਚਾ ਰੱਖਦੇ ਨੇ, ਉਹ ਜੋਗੀ ਦੁਨੀਆ ਦੇ ਸਾਰੇ ਖਜ਼ਾਨੇ ਪ੍ਰਾਪਤ ਕਰ ਲੈਂਦੇ ਨੇ। ਹਾਂਜੀ। ਖਿੰਥਾ ਗਿਆਨ ਧਿਆਨ ਕਰ ਸੂਈ, ਖਿੰਥਾ ਗਿਆਨ ਧਿਆਨ ਕਰ ਸੂਈ, ਸ਼ਬਦ ਤਾਗਾ ਮਥ ਘਾਲੈ, ਸ਼ਬਦ ਤਾਗਾ ਮਥ ਘਾਲੈ, ਪੰਜ ਤਤ ਕੀ ਕਰ ਮਿਰਗਾਣੀ, ਕਰ ਮਿਰਗਾਣੀ, ਗੁਰ ਕੈ ਮਾਰਗ ਚਾਲੈ, ਰਹਾਉ। ਖਿੰਥਾ ਗਿਆਨ ਧਿਆਨ ਕਰ ਸੂਈ, ਸ਼ਬਦ ਤਾਗਾ ਮਥ ਘਾਲੈ। ਕਹਿੰਦੇ ਫਿਰ ਕੀ ਕਰੇ ਉਹ? ਆਪਣੇ ਜੀਵਨ ਦੀ ਜਾਂਚ ਕਿਵੇਂ ਬਣਾਵੇ ਜੋਗੀ? ਖਿੰਥਾ ਗਿਆਨ, ਖਿੰਥਾ ਖੱਫਣੀ, ਆਪਣੇ ਗਲ ਵਿੱਚ ਜੋਗੀ ਖੱਫਣੀ ਪਾ ਲੈਂਦੇ ਨੇ। ਇਹ ਕਰਕੇ ਪਾਉਂਦੇ ਨੇ ਕਿ ਅਸੀਂ ਤੇ ਸੰਸਾਰ ਵੱਲੋਂ ਮਰੇ ਹੋਏ ਹਾਂ। ਮਾਲਕ ਨੇ ਉਹਦੀ ਖਿੰਥਾ ਗਿਆਨ ਹੈ, ਗਿਆਨਵਾਨ ਹੋਵੇ।
ਧਿਆਨ ਕਰ ਸੂਈ, ਜਿਹਦੇ ਨਾਲ ਖਿੰਤੀ ਨੂੰ ਸਿਉਂਤਾ ਜਾਂਦਾ ਹੈ, ਖਫਣੀ ਨੂੰ, ਕਹਿੰਦੇ ਉਹਦਾ ਧਿਆਨ ਉਸ ਮਾਲਕ ਨਾਲ ਜੁੜਿਆ ਹੋਏ, ਸੂਈ ਵਾਂਗੂ ਬਰੀਕ ਤੇਜ ਆਪਣਾ ਧਿਆਨ ਉਸ ਮਾਲਕ ਨਾਲ। ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਬਸੈ ਮਨ ਮਾਹੇ। ਉੱਥੇ ਗੁਰੂ ਨਾਨਕ ਪਾਤਸ਼ਾਹ ਇਹ ਗੱਲ ਨੂੰ ਬੜਾ ਸਪਸ਼ਟ ਢੰਗ ਨਾਲ ਕਰਦੇ ਨੇ ਕਿ ਸਿਉਣਾ ਸੀ ਸੂਈ ਨਾਲ, ਧਿਆਨ ਨਾਲ। ਸ਼ਬਦ ਧਾਗਾ ਮੱਥ ਘਾਲੈ, ਗੁਰੂ ਦੇ ਸ਼ਬਦ ਦਾ ਧਾਗਾ ਵਿੱਚ ਪਾ ਕੇ, ਧਿਆਨ ਵਿੱਚ ਜੋੜ ਕੇ ਤੇ ਗਿਆਨ ਦੁਆਰਾ ਗੁਰੂ ਦੇ ਸ਼ਬਦ ਦੀ ਕਮਾਈ ਕਰੇ, ਘਾਲਣਾ ਘਾਲੇ। ਪੰਜ ਤਤ ਕੀ ਕਰ ਮਿਗਰਾਣੀ, ਪੰਜ ਤਤ ਕੀ ਕਰ ਮਿਰਗਾਣੀ, ਗੁਰ ਕੈ ਮਾਰਗ ਚਾਲੈ। ਕਿਉਂਕਿ ਜੋਗੀ ਆਪਣੇ ਥੱਲੇ ਆਸਣ ਵਿਛਾਉਂਦੇ ਨੇ ਮਿਰਗਸ਼ਾਲਾ, ਮਿਰਗ ਨੂੰ ਮਾਰ ਕੇ ਜਾਂ ਸ਼ੇਰ ਨੂੰ ਮਾਰ ਕੇ। ਮਹਾਰਾਜ ਕਹਿੰਦੇ ਭਾਈ ਉਹ ਮਾਰਨ ਦੀ ਜ਼ਰੂਰਤ ਨਹੀਂ, ਇਸ ਤਨ ਨੂੰ ਥੱਲੇ ਵਿਛਾ ਦੇ, ਭਾਵ ਇਸ ਤਨ ਨੂੰ ਸੰਭਾਲ, ਇਹ ਤਨ ਦੀਆਂ ਬਿਰਤੀਆਂ ਨੂੰ ਖਤਮ ਕਰ। ਗੁਰ ਕੈ ਮਾਰਗ ਚਾਲੈ, ਇਸ ਤਰ੍ਹਾਂ ਇਹਨੂੰ ਮਾਰ ਕੇ ਗੁਰੂ ਦੇ ਦੱਸੇ ਮਾਰਗ ਉੱਤੇ ਚੱਲ ਪਵੇ। ਜੋ ਗੁਰ ਕਹੈ ਸੋਈ ਭਲ ਮਾਨੋ, ਇਸ ਅਵਸਥਾ ਨੂੰ ਭਲਾ ਭਲਾ ਕਰਕੇ ਮੰਨ ਕੇ ਜਦੋਂ ਆਪਣੇ ਜੀਵਨ ਦੀ ਚਾਲ ਇਸ ਤਰ੍ਹਾਂ ਕਰੇਗਾ, ਉਹ ਜੋਗੀ ਸ੍ਰੇਸ਼ਟ ਹੈ, ਉੱਤਮ ਹੈ। ਹਾਂਜੀ। ਦਇਆ ਫਾਹੁਰੀ ਕਾਇਆ ਕਰ ਤੂਈ, ਦਇਆ ਫਾਹੁਰੀ ਕਾਇਆ ਕਰ ਧੂਈ, ਦ੍ਰਿਸ਼ਟ ਕੀ ਅਗਨ ਜਲਾਵੈ, ਦ੍ਰਿਸ਼ਟ ਕੀ ਅਗਨ ਜਲਾਵੈ, ਜਿਸ ਕਾ ਭਾਉ ਲੈ ਰਿਦ ਅੰਤਰ, ਇਸ ਕਾ ਭਾਉ ਲੈ ਦਿਸ ਅੰਤਰ, ਚੌ ਜੁਗ ਤਾੜੀ ਲਾਵੈ। ਕਿਉਂਕਿ ਜੋਗੀ ਧੂਣੇ ਲਾਉਂਦੇ ਨੇ, ਉਹਨਾਂ ਕੋਲੇ ਫੌੜੀ ਪਈ ਹੁੰਦੀ ਜਿਹਦੇ ਨਾਲ ਉਹ ਸਵਾਹ ਇਕੱਠੀ ਕਰਦੇ ਨੇ। ਇੱਥੇ ਮਹਾਰਾਜ ਕਹਿੰਦੇ ਭਾਈ ਦਇਆ ਫਾਹੁਰੀ ਕਾਇਆ ਕਰ ਧੂਈ, ਇਸ ਕਾਇਆ ਨੂੰ ਧੂਈ ਬਣਾ ਆਪਣੀ, ਇਹ ਸਰੀਰ ਨੂੰ, ਤੇ ਮਨ ਵਿੱਚ ਇੱਕ ਦਇਆ ਰੱਖ। ਦਇਆ ਧਰਮ ਦਾ ਮੂਲ ਹੈ। ਦਇਆ ਨਾਲ ਆਪਣੇ ਬਿਰਤੀਆਂ ਨੂੰ ਖਿੰਡਣ ਨਾ ਦੇ, ਇਕੱਠਾ ਰੱਖ, ਇਕੱਠਾ ਕਰਕੇ ਰੱਖ। ਦ੍ਰਿਸ਼ਟ ਕੀ ਅਗਨ ਜਲਾਵੈ, ਜਿਹੜੀ ਭੈੜੀ ਦ੍ਰਿਸ਼ਟੀ ਹੈ ਨਾ, ਇਹ ਅਗਨੀ ਨੂੰ ਫੂਕਦੇ ਅੰਦਰੋਂ। ਕਿਸੇ ਦੂਜਿਆਂ ਵੱਲ ਭੈੜੀ ਦ੍ਰਿਸ਼ਟੀ ਨਾਲ ਵੇਖਣਾ ਜਿਹੜਾ ਹੈ, ਕਹਿੰਦੇ ਇਹਨੂੰ ਅੰਦਰੋਂ ਖਤਮ ਕਰ ਦੇ। ਤਿਸ ਕਾ ਭਾਉ ਲੈ ਰਿਦ ਅੰਤਰ, ਚੌ ਜੁਗ ਤਾੜੀ ਲਾਵੈ। ਕਿਉਂਕਿ ਜੋਗੀ ਲੋਕ ਸ਼ਰਾਬ ਪੀ ਕੇ ਅੱਖਾਂ ਬੰਦ ਕਰਕੇ ਉਹ ਕਹਿੰਦੇ ਜੀ ਹੁਣ ਇਹਨਾਂ ਦੀ ਤਾੜੀ ਲੱਗ ਗਈ, ਇਹ ਬਿਰਤੀ ਚੜ੍ਹ ਗਈ, ਇਹਨਾਂ ਦੀ ਸੁਰਤੀ ਚੜ੍ਹ ਗਈ। ਤੇ ਮਹਾਰਾਜ ਸੁਰਤੀ ਚੜ੍ਹਨ ਦੀ ਗੱਲ ਕਰਦੇ ਨੇ। ਕਬੀਰ ਸਾਹਿਬ ਕਹਿੰਦੇ ਭਾਈ ਤਿਸ ਕਾ ਭਾਉ ਲੈ ਰਿਦ ਅੰਤਰ, ਉਸ ਪ੍ਰਮਾਤਮਾ ਦਾ ਭਾਉ ਪ੍ਰੇਮ ਹਮੇਸ਼ਾ ਆਪਣੇ ਹਿਰਦੇ ਵਿੱਚ ਰੱਖੇ। ਤੇ ਮਹਾਰਾਜ ਕਹਿੰਦੇ ਚੌ ਜੁਗ ਤਾੜੀ ਲਾਵੈ, ਇਸ ਤਰ੍ਹਾਂ ਉਹਦੇ ਭਾਉ ਵਿੱਚ ਪ੍ਰੇਮ ਵਿੱਚ ਹਮੇਸ਼ਾ ਉਠਤ ਬੈਠਤ ਸੋਤ ਨਾਮ ਕਰਦਾ ਹੋਇਆ, ਕਹਿੰਦੇ ਇਸ ਤਰ੍ਹਾਂ ਤਾੜੀ ਲਾ ਕੇ ਰੱਖੇ, ਭਾਵ ਇਸ ਤਰ੍ਹਾਂ ਸਮਾਧੀ ਲਾ ਕੇ, ਸਹਿਜ ਸਮਾਧ ਜਿਹਨੂੰ ਕਹਿੰਦੇ ਆ, ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਹਮੇਸ਼ਾ ਉਸ ਪ੍ਰਮਾਤਮਾ ਦੇ ਭਾਵ ਵਿੱਚ ਪ੍ਰੇਮ ਵਿੱਚ ਰਵੇ। ਸਭ ਜੋਗ ਤਨ ਰਾਮ ਨਾਮ ਹੈ, ਜਿਸ ਕਾ ਪਿੰਡ ਪੁਰਾਨਾ। ਹੁਣ ਮਾਰ ਕੇ ਸਭ ਜੋਗਤਨ, ਜਿਹੜਾ ਉਚਾਰਨ ਹੈ ਇਹਦਾ ਜੋਗਤਨ, ਜੋਗੀ ਪੁਣਾ। ਇਹ ਸਾਰਾ ਜਿਹੜਾ ਜੋਗੀ ਪੁਣਾ ਹੈ ਨਾ, ਜੋ ਉੱਪਰ 10 ਆਏ ਨੇ, ਧੂਣੀਆਂ ਲਾਉਣੀਆਂ, ਗਲ ਦੇ ਵਿੱਚ ਖਪਣੀ ਪਾ ਕੇ ਰੱਖਣੀ, ਘਰ-ਬਾਰ ਛੱਡ ਦੇਣਾ, ਇਹਨੂੰ ਜੋਗੀ ਪੁਣਾ ਕਹਿੰਦੇ ਆਪਾਂ। ਕਹਿੰਦੇ ਉਹ ਸਾਰਾ ਕੁਝ ਕਾਹਦੇ ਵਿੱਚ ਆ ਗਿਆ? ਪ੍ਰਮਾਤਮਾ ਦੇ ਨਾਮ ਵਿੱਚ, ਸੰਸਾਰ ਵਿੱਚ ਰਹਿੰਦਾ ਹੋਇਆ, ਪਰਿਵਾਰ ਵਿੱਚ ਰਹਿੰਦਾ ਹੋਇਆ। ਜਦੋਂ ਕੋਈ ਮਨੁੱਖ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੈ, ਕਹਿੰਦੇ ਉੱਥੇ ਜੋਗੀ ਹੈ। ਕਹਿੰਦੇ ਗੁਰਮੁਖ ਜੋਗੀ ਜਾਗਦੇ, ਉਹ ਤੇ ਜਾਗਦੇ ਨੇ, ਮਨ ਕਰਕੇ ਜਾਗਦੇ ਨੇ ਉਹ ਸਹੀ ਮਾਨਿਆਂ ਵਿੱਚ। ਸਭ ਜੋ ਗਤਨ ਰਾਮ ਨਾਮ ਹੈ, ਜਿਸ ਕਾ ਪਿੰਡ ਪੁਰਾਨਾ। ਕਹਿੰਦੇ ਉਸ ਵਾਹਿਗੁਰੂ ਕਲਪ ਦਾ ਪਿੰਡ, ਪ੍ਰਾਣ, ਸਵਾਸ ਤੇ ਸਰੀਰ, ਇਹ ਸਭ ਕੁਝ ਉਹਦਾ ਅਰਪਣ ਕਰਕੇ ਜਿਹੜੇ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਨੇ, ਉਹਨਾਂ ਦਾ ਜੋਗੀ ਪੁਣਾ ਇਹਦੇ ਵਿੱਚ ਹੀ ਹੈ। ਕਹੋ ਕਬੀਰ ਜੇ ਕਿਰਪਾ ਧਾਰੈ, ਮਹਾਰਾਜ ਕਹਿੰਦੇ ਜੇ ਕਿਤੇ ਫਿਰ ਉਹ ਕਿਰਪਾ ਕਰਦਾ, ਬਖਸ਼ਿਸ਼ ਕਰਦਾ ਹੈ ਵਾਹਿਗੁਰੂ ਅਕਾਲ ਪੁਰਖ। ਕਹੋ ਕਬੀਰ ਜੇ ਕਿਰਪਾ ਧਾਰੈ, ਦੇ ਸੱਚਾ ਨਿਸ਼ਾਨਾ। ਤੇ ਉਹ ਵਾਹਿਗੁਰੂ ਅਕਾਲ ਪੁਰਖ ਆਪ ਸੱਚਾ ਨਿਸ਼ਾਨ, ਭਾਵ ਪ੍ਰਵਾਨਗੀ ਦੇ ਦਿੰਦਾ ਹੈ ਉਸ ਮਾਲਕ ਦੇ ਦਰ ਤੇ ਪਹੁੰਚਣ ਦੀ। ਉਹ ਆਪ ਕਿਰਪਾ ਕਰਦਾ ਹੈ। ਭੁੱਲਾਂ ਦੀ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। हर प्रभ के हैं ए आणे,
हम बारक